ਵੈਲਕਮ ਇਨ ਦੀ ਕਲਾਸ। ਅੱਜ ਆਪਣਾ 10th ਕਲਾਸ ਸਾਇੰਸ ਪੰਜਾਬੀ ਮੀਡੀਅਮ 12ਵਾਂ ਚੈਪਟਰ ਬਿਜਲੀ ਦਾ ਨੈਕਸਟ ਪਾਰਟ ਹੈ ਪ੍ਰਤੀਰੋਧਕਾਂ ਦੇ ਸਿਸਟਮ ਦਾ ਪ੍ਰਤੀਰੋਧ। ਪਹਿਲਾਂ ਆਪਾਂ ਇੱਕ ਪ੍ਰਤੀਰੋਧ ਦੀ ਗੱਲ ਕਰਕੇ ਆਉਂਦੇ ਸੀ ਕਿ ਜੇ ਕਿਸੇ ਵੀ ਸਰਕਟ ਦੇ ਵਿੱਚ ਆਪਾਂ ਇੱਕ ਪ੍ਰਤੀਰੋਧ ਲਗਾਇਆ ਹੋਇਆ ਤਾਂ ਆਪਾਂ ਉਹਦੇ ਵਿੱਚ ਕਿੰਨੀ ਕਰੰਟ ਦੀ ਵੈਲਿਊ ਪਾਸ ਕਰ ਸਕਦੇ ਹਾਂ, ਕੀ ਚੇਂਜ ਆ ਰਹੇ ਸੀਗੇ। ਹੁਣ ਆਪਾਂ ਕਹਿ ਰਹੇ ਹਾਂ ਕਿ ਪ੍ਰਤੀਰੋਧਕਾਂ ਦਾ ਸਿਸਟਮ, ਆਪਾਂ ਸਰਕਟ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰਤੀਰੋਧ ਲਗਾਉਂਦੇ ਹਾਂ, ਬਟ ਉਹ ਪ੍ਰਤੀਰੋਧ ਕਿਵੇਂ ਲਗਾ ਰਹੇ ਹਾਂ ਉਹ ਉਹਨਾਂ ਦੀ ਸਿਸਟਮ 'ਤੇ ਵੀ ਡਿਪੈਂਡ ਕਰਦਾ ਕਿ ਆਪਾਂ ਉਹਨਾਂ ਨੂੰ ਕਿਵੇਂ ਲਗਾਇਆ, ਮਤਲਬ ਲੜੀ ਦੇ ਵਿੱਚ ਲਗਾਇਆ ਹੈ ਜਾਂ ਆਪਾਂ ਉਹਨਾਂ ਨੂੰ ਸਮਾਨਾਂਤਰ ਦੇ ਵਿੱਚ ਲਗਾ ਰਹੇ ਹਾਂ। ਹੁਣ ਆਪਣੇ ਕੋਲ ਦੇਖੋ ਦੋ ਵਿਧੀਆਂ ਕਿਹੜੀਆਂ ਨੇ। ਇਹਦੇ ਵਿੱਚ ਇੱਕ ਬਿਜਲੀ ਸਰਕਟ ਜਿਹੜਾ ਆਪਾਂ ਲਗਾ ਰਹੇ ਹਾਂ, 3 ਪ੍ਰਤੀਰੋਧ ਨੇ, ਉਹਨਾਂ ਦੀਆਂ ਵੈਲਿਊਜ਼ ਕਿੰਨੀਆਂ R1 R2 ਅਤੇ R3 ਪ੍ਰਤੀਰੋਧਕਾਂ ਦੇ ਲਈ। ਤਾਂ ਪ੍ਰਤੀਰੋਧਾਂ ਨੂੰ ਆਪਾਂ ਕਿਵੇਂ ਜੋੜਿਆ ਹੋਇਆ, ਹੁਣ ਇੱਕ ਆਪਣੇ ਕੋਲ ਕਿ ਇੱਥੇ ਬੈਟਰੀ ਦਿੱਤੀ ਹੋਈ ਹੈ, ਬੈਟਰੀ ਦੇ ਨਾਲ ਆਪਾਂ ਐਮੀਟਰ ਲਗਾਇਆ, ਐਮੀਟਰ ਤੋਂ ਆਪਾਂ ਕਰੰਟ ਦੀ ਵੈਲਿਊ ਮੈਜਰ ਕਰਨੀ ਆ। ਤੇ ਇਹਦੇ ਨਾਲ ਦੇਖੋ ਆਪਾਂ ਉਸੇ ਤਾਰ ਨੂੰ ਹੀ ਯੂਜ਼ ਕਰ ਰਹੇ ਕਿ ਉਸੇ ਤਾਰ ਦੇ ਨਾਲ ਪਹਿਲਾਂ ਆਪਾਂ R1 ਨੂੰ ਅਟੈਚ ਕੀਤਾ, ਫਿਰ R2 ਨੂੰ, ਫਿਰ R3 ਨੂੰ। ਕੋਈ ਵੀ ਅੰਤਰ ਨਹੀਂ ਆ ਰਿਹਾ, ਕੋਈ ਪਾਰਟੀਸ਼ਨ ਨਹੀਂ ਹੋ ਰਹੀ। ਪਰ ਇਸ ਪੁਆਇੰਟ ਦੇ ਉੱਪਰ ਜਾ ਕੇ ਆਪਾਂ ਇੱਕ ਹੋਰ ਤਾਰ ਲੈ ਕੇ ਉਹਦੇ ਨਾਲ ਕੀ ਆ ਵੋਲਟਮੀਟਰ ਜੋੜਿਆ। ਹੁਣ ਇਹ ਵੋਲਟਮੀਟਰ ਇਹਦੇ ਨਾਲ ਕੀ ਆ ਸਮਾਨਾਂਤਰ ਦੇ ਨਾਲ। ਜੇ ਆਪਾਂ ਇੱਕੋ ਤਾਰ ਦੇ ਨਾਲ ਇਸ ਤਰ੍ਹਾਂ ਅਟੈਚ ਕਰਾਂਗੇ ਤਾਂ ਇਹ ਆਪਣੇ ਕੋਲ ਕੀ ਹੋ ਜਾਊਗਾ ਲੜੀ ਦੇ ਵਿੱਚ, ਕਿ ਇਹ ਚੀਜ਼ ਕੀ ਰਿਪਰੈਜ਼ੈਂਟ ਕਰੂਗੀ ਲੜੀ ਦੇ ਲਈ। ਪਰ ਜੇ ਹੁਣ ਆਪਾਂ ਇੱਕ ਪ੍ਰਤੀਰੋਧ ਨੂੰ ਇਸ ਤਰ੍ਹਾਂ ਲਗਾ ਰਹੇ ਹਾਂ, ਇੱਕ ਹੋਰ ਤਾਰ ਲੈ ਲਈ, ਇੱਥੇ ਤਾਂ ਇੱਕ ਅਲੱਗ ਤਾਰ ਸੀ, ਇੱਕ ਤਾਰ ਅਲੱਗ ਹੋਰ ਲੈ ਕੇ ਉਹਦੇ ਨਾਲ ਆਪਾਂ ਇੱਥੇ ਕੀ ਆ ਵੋਲਟਮੀਟਰ ਲਗਾਤਾ, ਇਹ ਆਪਣੇ ਕੋਲ ਕੀ ਹੋ ਜਾਊਗਾ ਸਮਾਨਾਂਤਰ ਦੇ ਲਈ। ਜੇ ਪ੍ਰਤੀਰੋਧ ਦੀ ਹੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਕਿ ਇੱਕ ਪ੍ਰਤੀਰੋਧ ਪਹਿਲੀ ਤਾਰ ਦੇ ਨਾਲ ਹੋ ਗਿਆ, ਫਿਰ ਇੱਕ ਹੋਰ ਤਾਰ ਲੈ ਲਈ ਆਪਾਂ, ਉਹਦੇ ਨਾਲ ਕੀ ਕੀਤਾ ਆਪਾਂ ਦੂਜਾ ਪ੍ਰਤੀਰੋਧ ਲਗਾਤਾ, ਤੀਜੀ ਤਾਰ ਲੈ ਕੇ ਉਹਦੇ ਨਾਲ ਵੀ ਆਪਾਂ ਇੱਕ ਪ੍ਰਤੀਰੋਧ ਹੋਰ ਲਗਾਤਾ। ਇਹ ਆਪਣੇ ਕੋਲ ਕੀ ਰਿਪਰੈਜ਼ੈਂਟ ਕਰੂਗਾ ਸਮਾਨਾਂਤਰ ਦੇ ਲਈ ਕੰਡੀਸ਼ਨ ਆਏਗੀ। ਹੁਣ R1 R2 R3 ਆਪਾਂ ਸੀਰੀਜ਼ ਦੇ ਵਿੱਚ ਲਗਾਏ ਲੜੀ ਦੇ ਵਿੱਚ, ਤੇ ਵੋਲਟਮੀਟਰ ਇਹਦੇ ਨਾਲ ਕਿਵੇਂ ਆ ਸਮਾਨਾਂਤਰ ਦੇ ਵਿੱਚ। ਨਾਲ ਕੀ ਇੱਕ ਕੁੰਜੀ ਸਵਿੱਚ ਲਗਾਈ ਹੋਈ ਆ ਕਿ ਆਪਾਂ ਹੁਣ ਇੱਥੇ ਡਾਟ ਦਾ ਨਿਸ਼ਾਨ ਆ ਦੇਖੋ ਇਹਦੇ ਵਿੱਚ, ਮਤਲਬ ਆਪਾਂ ਸਵਿੱਚ ਔਨ ਕੀਤੀ ਹੋਈ ਆ, ਤਾਂ ਇਹ ਲੜੀਬੱਧ ਪ੍ਰਤੀਰੋਧਕਤਾ ਹੈ। ਤਾਂ ਹੁਣ ਇਹਦੇ ਲਈ ਦੇਖੋ ਨੈਕਸਟ ਕੇਸ ਹੈ ਸਮਾਨਾਂਤਰ ਦੇ ਵਿੱਚ। ਤਾਂ ਇਹਦੇ ਵਿੱਚ ਕੀ ਆਪਾਂ ਫਿਰ ਇੱਕ ਬੈਟਰੀ ਲਗਾਈ, ਬੈਟਰੀ ਦੇ ਨਾਲ ਆਪਾਂ ਕੀ R1 R2 R3 ਇਹ ਸਾਰੇ ਕੀ ਹੁਣ ਇੱਥੇ ਸਮਾਨਾਂਤਰ ਦੇ ਵਿੱਚ ਆ ਕਿ ਇਹ ਪੁਆਇੰਟ ਦੇ ਉੱਪਰ ਜਾ ਕੇ ਇਹ ਵੰਡਿਆ ਜਾਂਦਾ ਕਿ ਕਰੰਟ ਆ ਜਿਹੜਾ ਪਹਿਲਾਂ ਤਾਂ R1 ਦੇ ਵਿੱਚੋਂ ਅੱਧਾ ਪਾਸ ਹੋ ਜਾਊ, ਜਿਹੜਾ ਬਾਕੀ ਬਚਿਆ R2 ਚੋਂ, ਫਿਰ ਜਿੰਨਾ ਬਾਕੀ ਬਚ ਰਿਹਾ ਉਹ R3 ਚੋਂ। ਪਰ ਜਦੋਂ ਇਹਨਾਂ ਦੇ ਵਿੱਚੋਂ ਪਾਸ ਹੋ ਜਾਊਗਾ R1 R2 ਅਤੇ R3 ਦੇ ਵਿੱਚੋਂ, ਤਾਂ ਇਹਨਾਂ ਨੇ ਵਾਪਸ ਜਾ ਕੇ ਕੀ ਕਰਨਾ ਹੈ B ਪੁਆਇੰਟ ਦੇ ਉੱਪਰ ਇਕੱਠਾ ਹੋ ਜਾਣਾ, ਤੇ ਜਿੰਨਾ ਕਰੰਟ ਇੱਧਰੋਂ ਆਪਾਂ ਪਾਸ ਕੀਤਾ ਸੀ ਉਨਾ ਹੀ ਕਰੰਟ ਆਪਾਂ ਨੂੰ ਇੱਧਰੋਂ ਮਿਲੂਗਾ B ਪੁਆਇੰਟ ਨੂੰ ਜਦੋਂ ਛੱਡ ਕੇ ਅੱਗੇ ਜਾਓ। ਫਿਰ ਐਮੀਟਰ ਕਿ ਆਪਾਂ ਕਰੰਟ ਦੀ ਵੈਲਿਊ ਮੈਜਰ ਕਰਨੀ ਹੈ। ਨੈਕਸਟ ਕੀ ਆਪਣੇ ਕੋਲ ਕੀ ਸਵਿੱਚ, ਇਹ ਵੀ ਕੀ ਆਪਣੇ ਕੋਲ ਇੱਥੇ ਔਨ ਕੀਤੀ ਹੋਈ ਹੈ, ਸਵਿੱਚ ਦੇ ਵਿੱਚ ਬੰਦ ਸਰਕਟ ਆ ਕਿਉਂਕਿ ਡਾਟ ਲਗਾਇਆ ਹੋਇਆ ਆਪਾਂ ਇਹਦੇ ਵਿੱਚ। ਹੁਣ ਨੈਕਸਟ ਦੇਖੋ ਆਪਾਂ ਵੈਲਿਊਜ਼ ਫਾਈਂਡ ਕਰਨੀ ਹੈ ਕਿ ਕੀ ਆ ਰਿਹਾ। ਹੁਣ ਕਿ ਲੜੀਬੱਧ ਸੰਯੋਜਕ ਪ੍ਰਤੀਰੋਧਕ, ਤਾਂ ਲੜੀ ਦੇ ਵਿੱਚ ਆਪਾਂ ਸਾਰਿਆਂ ਨੂੰ ਕਿਵੇਂ ਲਗਾਇਆ ਹੋਇਆ ਸੀਗਾ, ਆਹ ਵਾਲੀ ਕੰਡੀਸ਼ਨ ਸੀ ਜਿਹੜੀ ਡਾਇਗਰਾਮ ਸੀ ਆਪਣੇ ਕੋਲ ਲੜੀਬੱਧ ਦੇ ਲਈ ਸੀ। ਤਾਂ 3 ਪ੍ਰਤੀਰੋਧ ਨੇ। ਓਮ ਦੇ ਲਾਅ ਨੇ ਆਪਾਂ ਨੂੰ ਕੀ ਦੱਸਿਆ ਸੀਗਾ ਕਿ V ਕਿਹਦੇ ਇਕੁਅਲ ਹੁੰਦਾ ਹੈ IR। ਹੁਣ ਜਦੋਂ ਆਪਾਂ ਲੜੀਬੱਧ ਦੇ ਲਈ ਗੱਲ ਕਰਦੇ ਹਾਂ ਤਾਂ ਪੋਟੈਂਸ਼ੀਅਲ ਅੰਤਰ V ਆ ਜਿਹੜੇ ਆਪਾਂ ਪ੍ਰਤੀਰੋਧ ਲਗਾਏ ਹੋਏ ਸੀ, ਤਾਂ ਪ੍ਰਤੀਰੋਧਕਾਂ ਦੇ ਲਈ R1 ਦੇ ਲਈ ਆਪਣੇ ਕੋਲ ਵੈਲਿਊ ਹੋ ਜੂਗੀ ਪੋਟੈਂਸ਼ੀਅਲ ਅੰਤਰ ਦੀ V1, R2 ਦੇ ਲਈ ਹੋ ਜੂਗੀ V2, R3 ਦੇ ਲਈ ਹੋ ਜੂਗੀ V3। ਤਾਂ ਜੇ ਆਪਾਂ V1 V2 V3 ਨੂੰ ਜੋੜ ਦਈਏ ਤਾਂ ਆਪਣੇ ਕੋਲ ਕੀ ਆ ਜਾਊਗਾ ਟੋਟਲ ਪੋਟੈਂਸ਼ੀਅਲ ਅੰਤਰ V। ਤਾਂ V ਕਿਹਦੇ ਇਕੁਅਲ ਆ V1 + V2 + V3। ਹੁਣ ਜੇ ਆਪਾਂ ਸਰਕਟ ਦੇ ਵਿੱਚੋਂ ਕਰੰਟ I ਪਾਸ ਕਰਾ ਰਹੇ ਹਾਂ ਤਾਂ ਹੁਣ ਉਹਨਾਂ ਦੇ ਲਈ ਦੇਖੋ ਕਿ ਹਰ ਇੱਕ ਪ੍ਰਤੀਰੋਧ ਦੇ ਵਿੱਚੋਂ ਵੀ ਕਿ ਜੇ ਆਪਾਂ ਇੱਥੋਂ I ਕਰੰਟ ਪਾਸ ਕੀਤਾ, ਇਹਦੇ ਵਿੱਚੋਂ ਵੀ ਆਪਣੇ ਕੋਲ I ਕਰੰਟ ਪਾਸ ਹੋਇਆ, R2 ਵਿੱਚੋਂ ਵੀ ਅਤੇ R3 ਵਿੱਚੋਂ ਵੀ ਸੇਮ ਕਰੰਟ ਹੀ ਪਾਸ ਹੋ ਰਿਹਾ। ਪਰ ਪ੍ਰਤੀਰੋਧਕਤਾ ਦੀ ਵੈਲਿਊ ਕਿੰਨੀ ਆ R1 R2 ਅਤੇ R3। ਪੋਟੈਂਸ਼ੀਅਲ ਅੰਤਰ ਕਿੰਨਾ V1 V2 V3। ਕੌਨਸਟੈਂਟ ਕੀ ਰਿਹਾ ਕਰੰਟ। ਓਮਸ ਲਾਅ ਨੇ ਕੀ ਡਿਫਾਈਨ ਕੀਤਾ ਸੀ V ਕਿਹਦੇ ਬਰਾਬਰ ਹੁੰਦਾ IR ਦੇ। ਤਾਂ ਹੁਣ V1 ਦੀ ਵੈਲਿਊ ਕਿੰਨੀ ਹੋ ਜੂਗੀ IR1, V2 ਦੀ ਵੈਲਿਊ IR2, V3 ਦੀ ਵੈਲਿਊ ਕਿੰਨੀ ਹੋ ਜੂਗੀ IR3। ਹੁਣ ਸਾਰੀਆਂ ਵੈਲਿਊਜ਼ ਨੂੰ ਇਸ ਇਕੁਏਸ਼ਨ 'ਚ ਪੁੱਟ ਕਰੋ। V ਕਿਹਦੇ ਬਰਾਬਰ ਸੀ IR, V1 ਕਿਹਦੇ ਬਰਾਬਰ ਆ IR1, V2 ਕਿਹਦੇ ਬਰਾਬਰ ਆ IR2, V3 ਕਿਹਦੇ ਬਰਾਬਰ ਹੋ ਗਿਆ IR3। ਸਾਰਿਆਂ ਦੇ ਵਿੱਚੋਂ ਹੁਣ I ਨੂੰ ਕਾਮਨ ਕੱਢ ਲਓ। IR ਕਿਹਦੇ ਬਰਾਬਰ ਹੋ ਗਿਆ
R1 प्लस R2 प्लस R3 आई दे नाल आई कट तां रिजल्ट की आ RS बराबर S फॉर सीरीज़ लड़ी दे लई रिप्रजेंट किया R1 प्लस R2 प्लस R3 तो ये सारिया वैल्यूज़ आ जाएगी अपने को तो R इज़ इक्वल टू R1 प्लस R2 प्लस R3 कि कुल प्रतिरोध किहदे बराबर हो जाएगा कि इकल्ले इकल्ले प्रतिरोध नूं आपां जोड़ देना। नैक्सट है अपने को समानांतर प्रतिरोध समानांतर के लिए हम देखो वैल्यूज़ आप किमें कैलकुलेट करांगे। फिर अपने को सर्किट डायग्राम आप पिछे भी करके आती सी करंट आई पास किया तो R1 के विचों करंट कितना पास हो जाऊगा I1 R2 के विचों कितना करंट पास होया R2 R3 के विचों कितना पास हो जाऊगा R3 वोल्ट मीटर आप ये किमें लगाया फिर समानांतर के एमीटर किमें हो जाऊगा सीरीज़ के लड़ी के बैटरी होगी अपने को इतने कुंजी लगाई हुई है सर्किट तो ये क्या पोटेंशियल अंतर की वैल्यू भी सेम रहूगी। हुण करंट की वैल्यू कितनी है कि जोड़ा अपने को करंट सीगा आई जदों तिन्नां दे विचों पास हो रहा अद्धा अद्धा करंट वंडिया गया तो वह सारा करंट एंड ते जाके फिर इकट्ठा हो जाता तो आई किहदे बराबर हो गया I1 प्लस I2 प्लस I3 पर अपने को ओम का नियम की सी V इज़ इक्वल टू आई आर इतों आई की वैल्यू कढ़ लो वो किहदे बराबर होगी V अपॉन आर। हम इत्थे आपां समानांतर के लिए गल कर रहे हैं पैरलल के लिए तो आपां RP लिखिया I1 किहदे बराबर होगा V अपॉन R1 I2 किहदे बराबर होगा V अपॉन R2 I3 किहदे बराबर हो गया V अपॉन R3 सारिया वैल्यूज़ पुट करो पुट करने तो बाद कॉमन की आ जाऊगा अपने को V अपॉन R किहदे बराबर हो गया V कॉमन कढ़ लिया 1 अपॉन R1 प्लस 1 अपॉन R2 प्लस 1 अपॉन R3 V ना V कट तो रिजल्ट कितना रह गया 1 अपॉन RP किहदे बराबर आ 1 अपॉन R1 प्लस 1 अपॉन R2 प्लस 1 अपॉन R3 तो समानांतर प्रतिरोधों के लिए आप कुल वैल्यू फाइंड की है प्रतिरोध की तो किहदे बराबर आ गया इकल्ले इकल्ले प्रतिरोध के उल्ट के जोड़ के बराबर इत्थे अपने को सारी वैल्यू नूं आपां डिफाइन करता। फिर नैक्सट है बिजली धारा का ताप प्रभाव कि जे आप बिजली के बैटरी ਜਾਂ सैल देखते हैं तो बिजली स्रोत के बिजली ऊर्जा के अलग अलग स्रोत है अपन इन्हों तो ही बिजली ऊर्जा मिलती है तो सैल के अंदर की है जी रसायनिक क्रिया हो रही है वो किमें करती है कि सैल के जोड़े दो टर्मीनल ने एक पॉजिटिव आ तो एक नैगेटिव आ उन्होंने विचकार की सी वो पोटेंशियल अंतर पैदा करती है जी बैटरी के नाल किसी भी प्रतिरोध या प्रतिरोधकता के जुड़े होने के कारण सर्किट के विचों करंट नूं पास करवाती है। करंट किमें पास करूगा जे इलैक्ट्रॉन्स मूव करनगे मतलब इलैक्ट्रॉन्स एक पॉइंट तो दूजे पॉइंट तक जाएंगे इसलिए सर्किट के किसी भी बिजली धारा करंट नूं बनाए रखने लई स्रोत नूं की हुंदा जिहड़ा आपां सैल जां उहदे विच बैटरी लगाई हुई आ उहनूं अपनी ऊर्जा खर्च करनी पैंदी है तो ये ऊर्जा कित्थे जांदी है इहदे विच कुछ ऊर्जा जिहड़ी आपां सर्किट नूं चलाउणा मतलब पक्खे नूं घुमाउणा है जां घरे आपां कुछ भी चीज़ बिजली दे नाल कर रहे हैं उत्थे यूज़ हो जाणी कि आपां जिहड़ा काम कीता कुछ ऊर्जा कित्थे वरती जाऊगी उहदे गर्म होण दे विच कि उस सर्किट ने खुद गर्म हो जाना कि जिवें आपां देखदे हां कि बिजली का पक्खा जिन्होंने आप लगातार चलाई जाइए तो वह की करता फिर गर्म हो जाता इस करके जी अद्धी ऊर्जा वो काम में यूज़ होगी अद्धी कितने यूज़ होगी उस सर्किट को गर्म करने होगी तो वह की हो जाएगी जिदे नाल गर्म हो रहा ताप ऊर्जा हो जानी तो इनू कित्थे कित्थे वरतते हैं आप बिजली हीटर बिजली प्रैस के एक किहड़ा प्रभाव हो गया बिजली धारा का तापन प्रभाव बैटरी के नाल केवल प्रतिरोधकों का एक समूह आप जोड़िया तो जो स्रोत की ऊर्जा निरंतर रूप में ताप के रूप में खपत होंदी रहे वरती जाती रहे। हम सपोज करते हैं कि कोई भी प्रतिरोध आर दिता जिहदी प्रतिरोधक से आप विचार करना कि आप करंट कितना पास किया है आई ये सिरियां दे विचकार पोटेंशियल अंतर कितना है V किन्ने टाइम के चार्ज क्यू नूं पास करता टी टाइम के क्यू चार्ज पोटेंशियल अंतर V तो पास हो रहा तुहानूं कितना काम करना पिया V क्यू उन्हें काम किया किन्ने टाइम के काम किया टी टाइम के शक्ति पावर किहदे बराबर हो जूगी जिन्ना उन्हें काम किया किन्ना काम किया V क्यू किन्ने टाइम से किया टी दे विच पर अपने को करंट किहदे बराबर हुंदा है क्यू अपॉन टी चार्ज पर यूनिट टाइम तो क्यू अपॉन टी नूं आपां की लिखांगे आई तो पी किहदे बराबर हो जाऊगा V आई दे इस करके टी टाइम के स्रोत ने जिन्नी सर्किट नूं ऊर्जा दित्ती आ वो किन्नी हो जूगी पी नूं आपां टी दे नाल मल्टीप्लाई करती जिहड़ी किहदे बराबर आ V आई टी दे तो ये सारा अपने को किहदे बराबर आ जाऊगा फिर ताप की मात्रा देखे कितना ताप उत्थे पैदा हो रहा सी तो वो किमें आया जदों आपां पी नूं टी नाल मल्टीप्लाई की तो वो एच के बराबर
P ਨੂੰ T ਨਾਲ ਮਲਟੀਪਲਾਈ ਕਰ ਦਿਓ ਤਾਂ ਕਿੰਨਾ ਆ ਜਾਊਗਾ VIT। ਤਾਂ ਹੁਣ ਨੈਕਸਟ ਵਿੱਚ V ਕਿਹਦੇ ਬਰਾਬਰ ਹੁੰਦਾ ਆਪਣੇ ਕੋਲੇ IR ਦੇ, ਤਾਂ ਇਸ ਇਕੁਏਸ਼ਨ 'ਚ ਪੁੱਟ ਕਰੋ ਤਾਂ H ਕਿਹਦੇ ਬਰਾਬਰ ਆ ਗਿਆ, ਫਿਰ V ਕਿਹਦੇ ਬਰਾਬਰ ਆ IR IT, ਆ IT ਉਵੇਂ ਹੀ ਪਿਆ, I ਨੂੰ I ਨਾਲ ਮਲਟੀਪਲਾਈ ਕਰੋ ਤਾਂ I² RT। ਇਹ ਕਿਹੜਾ ਇਫੈਕਟ ਹਨ ਰੂਲ ਆਪਣੇ ਕੋਲੇ ਜੂਲ ਦਾ ਤਾਪਨ ਨਿਯਮ। ਹੁਣ ਇਹਦੇ ਤੋਂ ਕੀ ਪਤਾ ਲੱਗਦਾ ਕਿ ਕਿਸੇ ਵੀ ਪ੍ਰਤੀਰੋਧਕ ਦੇ ਵਿੱਚ ਜਿਹੜਾ ਤਾਪ ਪੈਦਾ ਹੋ ਰਿਹਾ, ਜਿਹੜਾ ਪ੍ਰਤੀਰੋਧਕ ਦਿੱਤਾ ਉਹਦੇ ਵਿੱਚੋਂ ਕਿੰਨਾ ਕਰੰਟ ਪਾਸ ਹੋਇਆ ਉਹਦੇ ਸਕੁਅਰ ਦੇ ਸਿੱਧਾ ਅਨੁਪਾਤੀ ਆ, ਫਿਰ ਉਹਦੀ ਪ੍ਰਤੀਰੋਧਕਤਾ ਕਿੰਨੀ ਆ ਉਹਦੇ ਵੀ ਸਿੱਧਾ ਅਨੁਪਾਤੀ ਤੇ ਟਾਈਮ ਵੀ। ਫਿਰ ਇਸੇ ਲਈ ਹੁਣ ਓਮ ਦੇ ਨਿਯਮ ਤੋਂ I ਦੀ ਵੈਲਿਊ ਕਿੰਨੀ ਆ ਜਾਊਗੀ ਆਪਣੇ ਕੋਲੇ V/R। ਨੈਕਸਟ ਹੈ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੇ ਵਿਵਹਾਰਕ ਉਪਯੋਗ, ਕਿ ਆਪਾਂ ਕਿੱਥੇ ਕਿੱਥੇ ਵਰਤਦੇ ਹਾਂ। ਕਿ ਬਿਜਲੀ ਸਰਕਟਾਂ ਦੇ ਵਿੱਚ ਨਾ ਟਾਲਿਆ ਜਾਣ ਵਾਲਾ ਤਾਪਨ ਸੰਬੰਧਿਤ ਯੰਤਰ ਦਾ ਤਾਪਨ ਕੀ ਕਰਦਾ, ਵਧਾ ਦਿੰਦਾ, ਤਾਂ ਉਹਦੇ ਗੁਣਾਂ ਦੇ ਵਿੱਚ ਅੰਤਰ ਆ ਜਾਂਦਾ। ਫਿਰ ਵੀ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੇ ਬਹੁਤ ਸਾਰੇ ਉਪਯੋਗ ਆ, ਉਹ ਕਿਹੜੇ ਕਿਹੜੇ ਨੇ, ਬਿਜਲੀ ਪ੍ਰੈਸ ਹੋ ਗਈ, ਬਿਜਲੀ ਟੋਸਟਰ, ਬਿਜਲੀ ਤੰਦੂਰ, ਬਿਜਲੀ ਕੇਤਲੀ, ਇਹ ਸਾਰੇ ਤਾਪਨ ਪ੍ਰਭਾਵ 'ਤੇ ਹੀ ਆਧਾਰਿਤ ਆ। ਅਤੇ ਬਿਜਲੀ ਤਾਪਨ ਦਾ ਜੇ ਆਪਾਂ ਉਪਯੋਗ ਕਰਨਾ ਉਹ ਪ੍ਰਕਾਸ਼ ਨੂੰ ਪੈਦਾ ਕਰਨ ਦੇ ਵਿੱਚ ਵੀ ਕਰਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ ਕਿ ਬਲਬ ਜਿਹੜਾ ਜਗ ਰਿਹਾ ਤਾਂ ਬਲਬ ਦੇ ਫਿਲਾਮੈਂਟ ਨੂੰ ਜਿੰਨਾ ਤਾਪ ਚਾਹੀਦਾ ਹੈ ਉਹ ਪੈਦਾ ਤਾਪ ਨੂੰ ਕੀ ਕਰਦਾ, ਓਨਾ ਕੀ ਹੀ ਰੱਖਦਾ ਜਿੰਨਾ ਉਹ ਰੋਕ ਸਕਦਾ, ਤਾਂ ਕਿ ਉਹ ਜ਼ਿਆਦਾ ਗਰਮ ਜੇ ਹੋ ਜਾਊਗਾ, ਬਹੁਤ ਗਰਮ ਹੋ ਕੇ ਉਹਨੇ ਕੀ ਕਰਨਾ, ਪ੍ਰਕਾਸ਼ ਪੈਦਾ ਕਰੀ ਜਾਣਾ ਹੈ। ਅਤੇ ਇੰਨੇ ਉੱਚੇ ਤਾਪਮਾਨ 'ਤੇ ਉਹ ਪਿਘਲਣਾ ਵੀ ਨਹੀਂ ਚਾਹੀਦਾ। ਇਹ ਨਹੀਂ ਗਾ ਕਿ ਜੇ ਜ਼ਿਆਦਾ ਤਾਪ ਉਹਨੇ ਪੈਦਾ ਕਰਤਾ ਤਾਂ ਖੁਦ ਪਿਘਲ ਜੂਗਾ। ਤਾਂ ਬਲਬ ਦਾ ਫਿਲਾਮੈਂਟ ਆਪਾਂ ਕਿਹਦਾ ਬਣਾਉਂਦੇ, ਟੰਗਸਟਨ ਦਾ, ਜਿਹਦਾ ਪਿਘਲਣ ਅੰਕ ਕਿੰਨਾ ਹੈ 3380 ਡਿਗਰੀ ਸੈਂਟੀਗ੍ਰੇਡ। ਜੋ ਉੱਚ ਤਾਪਮਾਨ 'ਤੇ ਵੀ ਜੋ ਉੱਚ ਪਿਘਲਣ ਅੰਕ ਵਾਲੀ ਇੱਕ ਪ੍ਰਬਲ ਧਾਤ ਆ ਕਿ ਜਲਦੀ ਨਹੀਂ ਪਿਘਲਦੀ, ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਤਾਂ ਬਿਜਲੀ ਰੋਧੀ ਟੇਕ ਦਾ ਉਪਯੋਗ ਕਰਦੇ ਫਿਲਾਮੈਂਟ ਨੂੰ ਜਿੰਨਾ ਪਰ ਸੰਭਵ ਹੋ ਸਕੇ ਕਿ ਜਿੰਨਾ ਆਪਾਂ ਉਹਨੂੰ ਤਾਪ ਰੋਧੀ ਬਣਾ ਸਕਦੇ ਹਾਂ, ਆਪਾਂ ਉਨੀ ਹੀ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਤਾਪ ਰੋਧੀ ਬਣਾ ਸਕੀਏ। ਤਾਂ ਬਲਬ ਦੇ ਵਿੱਚ ਜਿਹੜੀ ਰਸਾਇਣਿਕ ਕਿਰਿਆ ਹੁੰਦੀ ਆ ਉਹ ਕਿਹਨਾਂ ਦੇ ਵਿਚਕਾਰ ਆ, ਰਸਾਇਣਿਕ ਤੌਰ 'ਤੇ ਅਕਿਰਿਆਸ਼ੀਲ ਨੇ, ਨਾਈਟ੍ਰੋਜਨ ਅਤੇ ਆਰਗਨ, ਕਿ ਇਹ ਜ਼ਿਆਦਾ ਜਲਦੀ ਕਿਰਿਆ ਨਹੀਂ ਕਰਦੀਆਂ, ਤਾਂ ਇਹਨਾਂ ਦੀ ਉਮਰ ਵਧਾਉਣ ਲਈ ਭਰੀਆਂ ਜਾਂਦੀਆਂ ਨੇ। ਤਾਂ ਫਿਲਾਮੈਂਟ ਦੇ ਦੁਆਰਾ ਜਿਹੜੀ ਊਰਜਾ ਵਰਤੀ ਜਾਂਦੀ ਹੈ ਉਹਦਾ ਕਾਫੀ ਸਾਰਾ ਭਾਗ ਤਾਪ ਦੇ ਰੂਪ ਦੇ ਵਿੱਚ ਬਾਹਰ ਨਿਕਲਦਾ ਅਤੇ ਥੋੜ੍ਹਾ ਭਾਗ ਪ੍ਰਕਾਸ਼ ਦੇ ਰੂਪ ਦੇ ਵਿੱਚ ਨਜ਼ਰ ਆਉਂਦਾ। ਨੈਕਸਟ ਕੇਸ ਹੈ ਆਪਣੇ ਕੋਲ ਫਿਊਜ਼, ਕਿ ਕਿਸੇ ਵੀ ਗੈਰ ਜ਼ਰੂਰੀ ਉੱਚ ਬਿਜਲੀ ਧਾਰਾ ਨੂੰ ਜੇ ਆਪਾਂ ਸਰਕਟ ਅਤੇ ਯੰਤਰਾਂ ਦੇ ਵਿੱਚੋਂ ਲੰਘਣੋਂ ਰੋਕਦੇ ਹਾਂ ਤਾਂ ਉਹ ਕੀ ਕਰਦਾ, ਉਹਦੀ ਰੱਖਿਆ ਕਰਦਾ, ਉਹਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਉਹ ਕੀ ਹੈ ਆਪਣੇ ਕੋਲ ਫਿਊਜ਼। ਫਿਊਜ਼ ਨੂੰ ਆਪਾਂ ਹਮੇਸ਼ਾ ਹੀ ਲੜੀ ਦੇ ਵਿੱਚ ਲਗਾਉਂਦੇ ਹਾਂ, ਅਤੇ ਫਿਊਜ਼ ਦੇ ਲਈ ਆਪਾਂ ਇੱਦਾਂ ਦੀ ਧਾਤ ਜਾਂ ਮਿਸ਼ਰਤ ਧਾਤ ਦੀ ਤਾਰ ਵਰਤਦੇ ਹਾਂ ਜਿਹਦਾ ਪਿਘਲਣ ਅੰਕ ਜ਼ਿਆਦਾ ਹੈ। ਤਾਂ ਉਹ ਆਪਣੇ ਕੋਲ ਕੀ ਹੋਊਗਾ, ਐਲੂਮੀਨੀਅਮ, ਕਾਪਰ, ਆਇਰਨ, ਲੈਡ। ਕਿ ਜੇ ਕਿਸੇ ਵੀ ਸਰਕਟ ਦੇ ਵਿੱਚੋਂ ਨਿਸ਼ਚਿਤ ਮਾਨ ਕੇ ਇੱਕ ਵੈਲਿਊ ਫਿਕਸ ਕੀਤੀ ਹੋਈ ਆਪਾਂ ਕਿ ਇੰਨੀ ਹੀ ਬਿਜਲੀ ਧਾਰਾ ਦੀ ਵੈਲਿਊ ਪਾਸ ਹੋ ਸਕਦੀ ਆ, ਪਰ ਜਦੋਂ ਤੋਂ ਜ਼ਿਆਦਾ ਕਰੰਟ ਪਾਸ ਹੋ ਜਾਊਗਾ ਤਾਂ ਫਿਰ ਉਹਨੇ ਫਿਊਜ਼ ਨੇ ਕੀ ਕਰਨਾ, ਆਪਣੇ ਤਾਪਮਾਨ ਦੇ ਵਿੱਚ ਵੀ ਵਾਧਾ ਕਰ ਲੈਣਾ, ਅਤੇ ਫਿਊਜ਼ ਦੀ ਤਾਰ ਫਿਰ ਕੀ ਕਰੂਗੀ, ਇੱਦਾਂ ਪਿਘਲ ਜੂਗੀ ਅਤੇ ਸਰਕਟ ਕੀ ਹੋ ਜਾਊਗਾ, ਟੁੱਟ ਜਾਂਦਾ। ਨੈਕਸਟ ਹੈ ਬਿਜਲੀ ਸ਼ਕਤੀ। ਕਾਰਜ ਕਰਨ ਦੀ ਦਰ ਆਪਣੇ ਕੋਲ ਕੀ ਹੁੰਦੀ ਹੈ, ਸ਼ਕਤੀ। ਇਸ ਲਈ ਜੇ ਊਰਜਾ ਵੀ ਖਪਤ ਹੋ ਰਹੀ ਆ ਉਹ ਆਪਣੇ ਕੋਲ ਕੀ ਹੋ ਜਾਣੀ ਆ, ਸ਼ਕਤੀ। ਤਾਂ P ਕਿਹਦੇ ਇਕੁਅਲ ਹੋ ਗਿਆ, ਫਿਰ V/I। ਪਰ ਓਮ ਦਾ ਨਿਯਮ ਕੀ ਸੀ, V = IR। ਤਾਂ ਇੱਥੋਂ V ਦੀ ਵੈਲਿਊ ਫਿਰ ਕਿੰਨੀ ਆ ਗਈ, IR ਪੁੱਟ ਕਰੋ, ਇੱਕ I ਇੱਥੇ ਆ ਤਾਂ I² R। ਫਿਰ ਆਪਾਂ I ਨੂੰ ਕੀ ਪੁੱਟ ਕਰ ਸਕਦੇ ਹਾਂ, ਹੋਰ V/R। I² R ਸੀਗਾ ਤਾਂ ਇਹਦੀ ਵੈਲਿਊ ਹੁਣ ਤੁਸੀਂ ਲਿਖੋ I² R। I ਕਿਹਦੇ ਬਰਾਬਰ ਆ, V/R। ਸਕੁਅਰ ਸੀ ਤਾਂ V² R² R। ਆਪਾਂ ਕਿਵੇਂ ਵੀ ਰਿਲੇਸ਼ਨ ਨੂੰ ਮੋਡੀਫਾਈ ਕਰ ਸਕਦੇ ਹਾਂ। ਜਾਂ ਹੁਣ ਇੱਥੇ ਆਪਣੇ ਕੋਲ R ਦਿੱਤਾ ਹੋਇਆ, ਫਿਰ I ਦਾ ਰਿਲੇਸ਼ਨ ਹੋ ਗਿਆ V/R। ਆਪਾਂ ਸਾਰੀਆਂ ਵੈਲਿਊਜ਼ ਨੂੰ ਹੀ ਰੀਅਰੇਂਜ ਕਰ ਲਓ, ਹੋਰ ਆਪਾਂ ਇਹਨਾਂ ਦੇ ਵਿੱਚ ਕੁਛ ਨਹੀਂ ਕਰਦੇ। ਫਿਰ ਨੈਕਸਟ ਹੈ ਬਿਜਲੀ ਸ਼ਕਤੀ ਦੀ ਐਸਆਈ ਯੂਨਿਟ ਆਪਣੇ ਕੋਲ ਕੀ ਹੈ, ਵਾਟ, ਕਿ ਆਪਾਂ ਵਾਟ ਦੇ ਵਿੱਚ ਮੈਜਰ ਕਰਦੇ ਹਾਂ। ਤਾਂ 1 ਵਾਟ ਕਿਹਦੇ ਇਕੁਅਲ ਆ, ਕਿ ਜਦੋਂ ਆਪਣੇ ਕੋਲ ਪੋਟੈਂਸ਼ੀਅਲ ਅੰਦਰ ਆਪਾਂ 1 ਵੋਲਟ ਸੈੱਟ ਕੀਤਾ, ਕਿੰਨਾ ਕਰੰਟ ਪਾਸ ਕੀਤਾ, 1 ਐਂਪੀਅਰ। ਵਾਟ ਸ਼ਕਤੀ ਦੀ ਕੀ ਆ, ਛੋਟੀ ਇਕਾਈ ਆ। ਤਾਂ ਆਪਾਂ ਅਸਲ ਦੇ ਵਿੱਚ ਕੀ ਜ਼ਿੰਦਗੀ ਦੇਖਦੇ ਕਿ ਵਾਸਤਵਿਕ ਵਿਵਹਾਰ ਦੇ ਵਿੱਚ ਇੱਕ ਵੱਡੀ ਇਕਾਈ ਦਾ ਉਪਯੋਗ ਕਰਦੇ ਹਾਂ, ਉਹ ਕਿਹੜੀ ਹੁੰਦੀ ਹੈ, ਕਿਲੋਵਾਟ। 1 ਕਿਲੋਵਾਟ ਕਿਹਦੇ ਬਰਾਬਰ ਆ, 1000 ਵਾਟ ਦੇ। ਨੈਕਸਟ ਹੈ ਆਪਣੇ ਕੋਲ ਇਕਾਈ ਵਾਟ ਘੰਟਾ ਆਪਣੇ ਕੋਲ ਹੈਗੀ ਹੈ ਬਿਜਲੀ ਊਰਜਾ ਦੀ। ਜਦੋਂ 1 ਵਾਟ ਸ਼ਕਤੀ ਨੂੰ ਆਪਾਂ 1 ਘੰਟੇ ਤੱਕ ਵਰਤਦੇ ਹਾਂ ਤਾਂ ਖਪਤ ਹੋਈ ਊਰਜਾ ਕਿੰਨੀ ਹੁੰਦੀ ਹੈ, 1 ਵਾਟ ਘੰਟਾ। 1 ਕਿਲੋਵਾਟ ਆਰ ਕਿਹਦੇ ਬਰਾਬਰ ਹੈ, 3.6 × 10⁻6 ਜਾਓ। ਇਹ ਯੂਨਿਟਸ ਨੇ, ਇਹ ਆਪਣੇ ਕੋਲ MCQ ਜਾਂ 1 ਮਾਰਕ ਕੁਐਸਚਨ ਦੇ ਵਿੱਚ ਆ ਜਾਂਦੇ ਆ, ਇਸੇ ਕਰਕੇ ਇਹ ਆਪਾਂ ਸਾਰੀਆਂ ਨਾਲ ਕਰਨੀਆਂ ਨੇ।
ਥੈਂਕ ਯੂ।